ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ। ਹਰ ਜਸ ਲਿਖਿਆ ਹੈ ਬੇਅੰਤ, ਸੋ ਹੈ ਸੇ ਹੱਥਾ। ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਪੰਚਮ ਪਾਤਸ਼ਾਹ ਮਹਾਰਾਜ ਕਥਨ ਕਰਦੇ ਹਨ, ਬਲਿਹਾਰ ਜਾਈਏ ਉਹਨਾਂ ਗੁਰੂ ਪਿਆਰਿਆਂ ਤੋਂ ਜਿਹੜੇ ਆਪਣੇ ਕੰਨਾਂ ਨਾਲ ਪਰਮੇਸ਼ਰ ਦੀ ਕਥਾ ਸੁਣਦੇ ਹਨ। ਉਹ ਪ੍ਰਧਾਨ ਪੁਰਸ਼ ਹਨ ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਦਿੰਦੇ ਨੇ, ਨਿਮਰਤਾ ਧਾਰਨ ਕਰ ਲੈਂਦੇ ਨੇ। ਆਪਣੀ ਹੰਗਤਾ ਨੂੰ ਛੱਡ ਕੇ, ਆਪਣੀ ਸਿਆਣਪ ਨੂੰ ਛੱਡ ਕੇ, ਆਪਣੀ ਬੁੱਧੀ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਂਦੇ ਨੇ। ਉਹੀ ਬੰਦੇ ਪੂਰਨ ਹੁੰਦੇ ਨੇ ਤੇ ਉਹੀ ਪ੍ਰਧਾਨ ਬਣਦੇ ਨੇ। ਜਿਨ੍ਹਾਂ ਹੱਥਾਂ ਦੇ ਨਾਲ ਗੁਰੂ ਕੀ ਬਾਣੀ ਲਿਖੀ ਜਾਂਦੀ ਹੈ ਉਹ ਹੱਥ ਪਵਿੱਤਰ ਹੁੰਦੇ ਨੇ, ਉਹ ਹੱਥ ਸੋਭਨੀਕ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥ ਪਵਿੱਤਰ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਧੁਰ ਕੀ ਬਾਣੀ ਲਿਖੀ ਹੈ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਹੱਥ ਪਵਿੱਤਰ ਹਨ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥ ਪਵਿੱਤਰ ਹਨ। ਹਰ ਜਸ ਲਿਖਿਆ ਬੇਅੰਤ, ਸੋ ਹੈ ਸੇ ਹੱਥਾ। ਹੱਥ ਸੋਭਦੇ ਹਨ। ਚਰਨ ਪੁਨੀਤ ਪਵਿੱਤਰ, ਪੈਰ ਸਾਰਿਆਂ ਨੂੰ ਮਿਲੇ ਨੇ, ਰੱਬ ਨੇ ਦਿੱਤੇ ਨੇ, ਪਰ ਗੁਰੂ ਘਰ ਸਾਰੇ ਨਹੀਂ ਆਉਂਦੇ। ਜਿਨ੍ਹਾਂ ਦੇ ਭਾਗ ਚੰਗੇ ਹੈ ਉਹ ਗੁਰੂ ਘਰ ਚੱਲ ਕੇ ਆਉਂਦੇ ਨੇ। ਉਹਨਾਂ ਦੇ ਚਰਨ, ਉਹਨਾਂ ਦੇ ਪੈਰ ਪਵਿੱਤਰ ਹੋ ਜਾਂਦੇ, ਪੂਜਨੀਕ ਹੋ ਜਾਂਦੇ। ਚਰਨ ਪੁਨੀਤ ਪਵਿੱਤਰ, ਤਾਂ ਹੀ ਗੁਰੂ ਕੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਅਸੀਂ ਮੰਗਦੇ ਹਾਂ। ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ। ਜਣੇ ਖਣੇ ਦੇ ਪੈਰਾਂ ਦੀ ਚਰਨ ਧੂੜੀ ਮੱਥੇ ਨਹੀਂ ਲਾਈ ਜਾਂਦੀ, ਉਹਦੇ ਚਰਨਾਂ ਦੀ ਧੂੜ ਮੱਥੇ ਲਾਈ ਜਾਂਦੀ ਹੈ ਜਿਹੜਾ ਗੁਰੂ ਘਰ ਤੁਰ ਕੇ ਜਾਂਦਾ ਹੈ। ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ 'ਚ ਬੈਠਣ ਨਾਲ ਗੁਰੂ ਕੇ ਪਿਆਰਿਆਂ ਗੁਰਸਿੱਖਾਂ ਨਾਮ ਅਭਿਆਸੀਆਂ ਦੀ ਸੰਗਤ ਕਰਨ ਨਾਲ ਜੀਵਾਤਮਾ ਪਰਮਾਤਮਾ ਨੂੰ ਮਿਲ ਜਾਂਦੀ ਹੈ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਇਹਦਾ ਉਧਾਰ ਹੋ ਜਾਂਦਾ ਹੈ, ਇਹਦੇ ਦੁੱਖ ਕੱਟੇ ਜਾਂਦੇ ਹੈ। ਪਿਆਰੇ ਖਾਲਸਾ ਜੀ, ਗੁਰਦੁਆਰੇ ਆਉਣ ਦਾ ਪ੍ਰਯੋਜਨ, ਧਰਮੀ ਬਣਨ ਦਾ ਪ੍ਰਯੋਜਨ, ਕਥਾ ਕੀਰਤਨ ਸੁਣਨ ਦਾ ਪ੍ਰਯੋਜਨ, ਅੰਮ੍ਰਿਤ ਛਕਣ ਦਾ ਪ੍ਰਯੋਜਨ ਇੱਕੋ ਹੀ ਹੈ, ਅਸੀਂ ਸੁਖੀ ਹੋ ਜਾਈਏ। ਸੰਸਾਰ ਵਿੱਚ ਐਸਾ ਕੋਈ ਜੀਵ ਨਹੀਂ ਹੈ ਜਿਹੜਾ ਦੁੱਖ ਚਾਹੁੰਦਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਸੁਖ ਕੋ ਮੰਗੈ ਸਭ ਕੋ ਸੁਖ, ਸਾਰੇ ਮੰਗਦੇ ਹਨ, ਦੁੱਖ ਨਾ ਮੰਗੈ ਕੋਏ। ਦੁੱਖ ਕਿਸੇ ਨੂੰ ਨਹੀਂ ਚਾਹੀਦਾ, ਪਰ ਸੁੱਖ ਮਿਲਣਾ ਕਿੱਥੋਂ ਹੈ ਇਹ ਆਮ ਲੋਕਾਂ ਨੂੰ ਪਤਾ ਨਹੀਂ। ਜਿਹੜੇ ਜਿਹੜੇ ਪਦਾਰਥਾਂ 'ਚ ਸੁੱਖ ਭਾਲਦੇ ਨੇ ਉਹਨਾਂ 'ਚੋਂ ਦੁੱਖ ਲੱਭਦਾ ਹੈ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਬਹੁਤ ਪੈਸਾ ਕਮਾ ਲਈਏ, ਲੱਖਾਂ ਪਤੀ ਕਰੋੜਾਂ ਪਤੀ ਅਰਬਾਂ ਪਤੀ ਬਣ ਜਾਈਏ, ਫਿਰ ਅਸੀਂ ਸੁਖੀ ਹੋ ਜਾਵਾਂਗੇ। ਬੜਾ ਵੱਡਾ ਭੁਲੇਖਾ ਹੈ। ਅਰਬਾਂ ਪਤੀਆਂ ਨੂੰ ਪੁੱਛੋ ਕੀ ਹਾਲ ਹੈ, ਰੋਂਦੇ ਹੀ ਫਿਰਦੇ ਹਨ, ਸੁਖੀ ਨਹੀਂ ਹਨ।
ਸੁਖ ਨਾਹੀ ਵੇਖੇ ਨਿਰਤ ਨਾਟੇ। ਅੱਖਾਂ ਨਾਲ ਬਹੁਤ ਸਾਰੇ ਤਮਾਸ਼ੇ, ਨਾਟਕ, ਚੇਟਕ, ਫਿਲਮਾਂ, ਟੀਵੀ, ਮੂਵੀਆਂ ਦੇਖ ਲਓ, ਬੰਦਾ ਸੁਖੀ ਹੋ ਜਾਏਗਾ, ਨਹੀਂ ਹੁੰਦਾ। ਬਲਕਿ ਜਿਹੜੀਆਂ ਪਰੇਸ਼ਾਨੀਆਂ ਫਿਲਮਾਂ 'ਚ ਦਿਖਾਈਆਂ ਜਾਂਦੀਆਂ ਨੇ, ਦਿਮਾਗ 'ਚ ਬਹਿ ਜਾਂਦੀਆਂ ਨੇ, ਕਈ ਪਾਗਲ ਹੋ ਜਾਂਦੇ ਹਨ। ਸੁਖ ਨਾਹੀ ਵੇਖੇ ਨਿਰਤ ਨਾਟੇ। ਸੁਖ ਨਾਹੀ ਬਹੁ ਦੇਸ ਕਮਾਏ। ਦੇਸਾਂ ਪ੍ਰਦੇਸਾਂ ਜਾ ਕੇ ਕਮਾਈ ਕਰਾਂਗੇ, ਸੁਖੀ ਹੋ ਜਾਵਾਂਗੇ। ਪਰ ਇਹ ਵੀ ਇੱਕ ਭੁਲੇਖਾ ਹੀ ਹੈ। ਕਿਸੇ ਨੂੰ ਪੁੱਛ ਲਓ ਕੀ ਹਾਲ ਹੈ, ਕਹਿੰਦਾ ਬੜਾ ਦੁਖੀ ਹਾਂ। ਕਿਸੇ ਨੂੰ ਪੁੱਛ ਲਓ। ਸਰਬ ਸੁਖਾ ਹਰ ਹਰ ਗੁਣ ਗਾਏ। ਕਿਸੇ ਨਾਮ ਜਪਣ ਵਾਲੇ ਨੂੰ ਪੁੱਛੋ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ ਹੈ। ਸਾਰੇ ਸੁੱਖ ਮਿਲ ਗਏ ਰੱਬ ਰੱਬ ਕਰਨ ਨਾਲ। ਸੋ ਗੁਰੂ ਪਿਆਰੇ ਖਾਲਸਾ ਜੀਓ, ਆਪਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਘਰ ਦੇ ਵਿੱਚ ਦਾਸ ਦੀ ਅੱਜ ਪਹਿਲੀ ਹਾਜ਼ਰੀ ਹੈ। ਪ੍ਰਬੰਧਕ ਸਾਹਿਬਾਨਾਂ ਵੱਲੋਂ, ਸੰਗਤ ਵੱਲੋਂ ਹੁਕਮ ਹੋਇਆ, ਜੋ ਗੁਰੂ ਨੇ ਸੰਗਤ ਨੂੰ ਫੁਰਨਾ ਦਿੱਤਾ ਕਿ ਜਫਰਨਾਮਾ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਔਰੰਗਜ਼ੇਬ ਵੱਲ ਲਿਖਿਆ ਹੈ। 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀ ਸਮਾਪਤੀ ਭੋਗ ਇਸੇ ਬਾਣੀ ਤੇ ਪੈਂਦਾ ਹੈ। ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਜੀ ਤੋਂ ਆਰੰਭ ਹੁੰਦੇ ਹਨ ਤੇ ਸ਼ਲੋਕ ਮਹੱਲਾ ਨਾਵਾਂ ਰਾਗਮਾਲਾ ਤੇ ਜਾ ਕੇ ਸਮਾਪਤੀ ਹੋ ਜਾਂਦੀ ਹੈ, ਇਸੇ ਤਰ੍ਹਾਂ 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਬਾਣੀ ਸ੍ਰੀ ਜਾਪ ਸਾਹਿਬ ਜੀ ਤੋਂ ਸ਼ੁਰੂ ਹੋ ਕੇ ਜਫਰਨਾਮੇ ਤੇ ਜਾ ਸਮਾਪਤ ਹੁੰਦੀ ਹੈ। ਇਹ ਭੋਗ ਦੀ ਬਾਣੀ ਹੈ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੀ। ਤੇ ਸਾਧ ਸੰਗਤ ਜੀ, ਮਹਿੰਗੀ ਬਾਣੀ ਹੈ, ਫਾਰਸੀ ਵਿੱਚ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਕਵੀਆਂ ਦੇ ਰਾਜੇ ਹੋਏ ਨੇ, ਬਾਦਸ਼ਾਹ ਹੋਏ ਨੇ, ਛੰਦਾਂ ਦੇ ਵੀ ਬਾਦਸ਼ਾਹ ਹੋਏ ਨੇ, ਭਾਸ਼ਾਵਾਂ ਦੇ ਵੀ ਬਾਦਸ਼ਾਹ ਹੋਏ ਨੇ, ਸੰਗੀਤ ਦੇ ਵੀ ਬਾਦਸ਼ਾਹ, ਸਰਬ ਗੁਣਾ ਸੰਪੰਨ, ਪੂਰੇ ਭੰਡਾਰੇ ਸੱਚੇ ਪਾਤਸ਼ਾਹ। ਸਤਿਗੁਰੂ ਕਲਗੀਧਰ ਜੀ ਮਹਾਰਾਜ ਨੇ ਜਫਰਨਾਮਾ ਕਿਵੇਂ ਲਿਖਿਆ, ਕਦੋਂ ਲਿਖਿਆ, ਕਿਉਂ ਲਿਖਿਆ? ਆਪ ਜੀ ਕਲਗੀਧਰ ਜੀ ਦਾ ਮੋਟਾ ਇਤਿਹਾਸ ਲਗਭਗ ਸਾਰੇ ਜਾਣਦੇ ਹੋ। ਭਾਵੇਂ ਮੈਂ ਬੇਨਤੀ ਕਰਾਂ ਵੀ ਜਿੰਨਾ ਇਤਿਹਾਸ ਮਹਾਰਾਜ ਦਾ ਸਾਨੂੰ ਖੋਜਣਾ ਚਾਹੀਦਾ ਹੈ, ਬਰੀਕੀ ਨਾਲ, ਉਹਨੇ ਸ਼ੌਂਕ ਨਾਲ ਨਹੀਂ ਖੋਜਦੇ। ਬਹੁਤਾ ਨਹੀਂ ਤਾਂ ਘੱਟੋ ਘੱਟ ਸਾਰੀ ਕਥਾ ਸੂਰਜ ਪ੍ਰਕਾਸ਼ ਦੀ ਇੱਕ ਵਾਰੀ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ, ਇੱਕ ਵਾਰੀ ਜ਼ਿੰਦਗੀ 'ਚ। 7 ਸਾਲ ਲੱਗਦੇ ਕਥਾ ਤੇ ਜੇ ਘੰਟਾ ਰੋਜ਼ ਹੋਵੇ। 7 ਸਾਲ ਜਿਹੜਾ ਲਗਾਤਾਰ ਗੁਰਪ੍ਰਤਾਪ ਸੂਰਜ ਦੀ ਕਥਾ ਸੁਣ ਲਵੇ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਕਲਗੀਧਰ ਪਿਤਾ ਜੀ ਮਹਾਰਾਜ ਤੱਕ ਦੇ ਇਤਿਹਾਸ ਦੇ ਦਰਸ਼ਨ ਹੋ ਜਾਂਦੇ ਆ, ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਸ ਤਰੀਕੇ ਨਾਲ ਹੈ ਵੀ ਜਿਵੇਂ ਸਾਹਮਣੇ ਫਿਲਮ ਆ ਜਾਂਦੀ ਹੈ। ਉਹਨਾਂ ਮਹਾਂਪੁਰਸ਼ਾਂ ਦੀ ਸੁਰਤ ਬੜੀ ਉੱਚੀ ਸੀ। ਭਾਈ ਸੰਤੋਖ ਸਿੰਘ ਹੋਰਾਂ ਨੇ ਬੜੇ ਵੱਡੇ ਗ੍ਰੰਥਾਂ ਦਾ ਅਨੁਵਾਦ ਕੀਤਾ ਸੰਸਕ੍ਰਿਤ ਵਿੱਚੋਂ। ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਡਿਕਸ਼ਨਰੀ ਹੈ, ਸਭ ਤੋਂ ਪਹਿਲੀ ਡਿਕਸ਼ਨਰੀ ਹੈ, ਉਹ ਅਮਰਕੋਸ਼ ਹੈ। ਅਮਰਕੋਸ਼ ਨੂੰ ਭਾਈ ਸੰਤੋਖ ਸਿੰਘ ਜੀ ਨੇ ਉਲੱਥਾ ਕੀਤਾ। ਉਹਦਾ ਪਹਿਲਾਂ ਹਜ਼ਾਰਾਂ ਸਾਲ ਹੋ ਗਏ, ਉਹਦਾ ਕਿਸੇ ਤੋਂ ਉਲੱਥਾ ਨਹੀਂ ਹੋਇਆ। ਐਡੇ ਵੱਡੇ ਵਿਦਵਾਨ ਸਨ। ਆਤਮ ਪੁਰਾਣ ਲਿਖਿਆ, ਗਰਭਗੰਜਨੀ ਟੀਕਾ ਲਿਖਿਆ, ਸ੍ਰੀ ਵਾਲਮੀਕ ਜੀ ਦੀ ਰਾਮਾਇਣ ਦੀ ਉਹਨਾਂ ਨੇ ਅਨੁਵਾਦ ਕਰਕੇ ਕਥਾ ਛੰਦਾਬੰਦੀ 'ਚ ਸਾਡੇ ਸਾਹਮਣੇ ਰੱਖੀ। ਐਸੇ ਮਹਾਨ ਗ੍ਰੰਥਾਂ ਦੀ ਜਦੋਂ ਉਹ ਕਥਾ ਲਿਖ ਰਹੇ ਸਨ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋਏ। ਅੰਮ੍ਰਿਤ ਵੇਲੇ ਉੱਠਦੇ ਸਨ 2 ਵਜੇ, ਇਸ਼ਨਾਨ ਕਰਕੇ ਧਿਆਨ 'ਚ ਬੈਠ ਜਾਂਦੇ ਸਨ। ਦਿਨ ਚੜ੍ਹੇ ਤੱਕ ਇੱਕਮਿਕ ਹੋ ਕੇ ਅਕਾਲ ਪੁਰਖ ਦੇ ਨਾਲ। ਸਾਧ ਸੰਗਤ ਜੀ, ਮਾੜੇ ਬੰਦੇ ਨੂੰ ਮਾੜੀਆਂ ਗੱਲਾਂ ਆਉਂਦੀਆਂ, ਚੰਗੀਆਂ ਨਹੀਂ ਆਉਂਦੀਆਂ ਕਦੀ, ਤੇ ਚੰਗੇ ਨੂੰ ਮਾੜੀਆਂ ਨਹੀਂ ਆਉਂਦੀਆਂ।
ਚੰਗੇ ਬੰਦੇ ਹੀ ਚੰਗੀਆਂ ਗੱਲਾਂ ਕਰਦੇ ਆ। ਚੰਗੀ ਪਵਿੱਤਰ ਆਤਮਾ ਸਨ, ਜੁੜੇ ਹੋਏ ਸਨ। ਐਡਾ ਵੱਡਾ ਗ੍ਰੰਥ ਲਿਖ ਦੇਣਾ ਕੋਈ ਸੌਖਾ ਕੰਮ ਨਹੀਂ ਹੈ। ਕਿਸੇ ਬੰਦੇ ਕੋਲੋਂ ਇੱਕ ਐਪਲੀਕੇਸ਼ਨ ਲਿਖਣੀ ਹੋਵੇ ਨਾ, ਉਹਨੂੰ ਵਕਤ ਪੈ ਜਾਂਦਾ ਹੈ। 100 ਬੰਦਿਆਂ ਨੂੰ ਪੁੱਛਦਾ ਕੀ ਲਿਖਾਂ ਕੀ ਨਾ ਲਿਖਾਂ। ਫਿਰ ਦੀਨ ਦੁਨੀਆ ਦੇ ਮਾਲਕ ਦਾ ਇਤਿਹਾਸ ਲਿਖਣਾ ਸੀ, ਪਰਮੇਸ਼ਰ ਦੀ ਕਥਾ ਲਿਖਣੀ ਸੀ। ਭਾਈ ਸੰਤੋਖ ਸਿੰਘ ਸਮਾਧੀ 'ਚ ਬੈਠੇ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਤੋਖ ਸਿੰਘ ਦੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ, ਸੰਤੋਖ ਸਿੰਘ ਤੈਨੂੰ ਇੰਨੀ ਵਿੱਦਿਆ ਦਿੱਤੀ ਸੀ, ਸਾਡੀ ਕਥਾ ਲਿਖਣੀ, ਹੋਰ ਕੰਮਾਂ 'ਚ ਪਿਆ, ਸਾਡੀ ਕਥਾ ਕਦੋਂ ਲਿਖੇਗਾ? ਕਹਿਣ ਲੱਗਾ, ਗਰੀਬ ਨਵਾਜ਼ ਤੁਹਾਡੀ ਕਥਾ ਅਕਥ ਹੈ। ਮੈਂ ਜੀਵ ਹਾਂ, ਤੁਸੀਂ ਈਸ਼ਵਰ ਹੋ। ਜੀਵ ਦੀ ਸਮਰੱਥਾ ਨਹੀਂ ਈਸ਼ਵਰ ਦੀ ਕਥਾ ਲਿਖ ਦੇਵੇ। ਮੈਂ ਕੀ ਜਾਣਾ ਤੁਹਾਡੇ ਕਿਹੜੇ ਕਿਹੜੇ ਚੋਜ ਹਨ, ਕਿੱਦਾਂ ਦੇ ਹਨ। ਗਰੀਬ ਨਵਾਜ਼ ਪਾਤਸ਼ਾਹ ਕਹਿਣ ਲੱਗੇ, ਅਸੀਂ 10 ਜਾਮਿਆਂ 'ਚ ਜਿਹੜੇ ਕੌਤਕ ਕੀਤੇ ਹਨ ਉਹ ਤੇਰੇ ਸਾਹਮਣੇ ਸਾਰੇ ਸੀਨ ਆਈ ਜਾਣਗੇ, ਦੇਖ ਕੇ ਲਿਖੀ ਜਾਏਗਾ। ਤੇ ਸਾਧ ਸੰਗਤ ਜੀ, ਕੈਥਲ ਦੇ ਵਿੱਚ ਹਵੇਲੀ ਅੱਜ ਵੀ ਮੌਜੂਦ ਹੈ, ਜਿਹੜੀ ਹਵੇਲੀ 'ਚ ਭਾਈ ਸਾਹਿਬ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਹੀ ਉੱਠਣਾ, 2 ਵਜੇ ਇਸ਼ਨਾਨ ਕਰਕੇ ਭਜਨ ਕਰਨਾ, ਸਵੇਰੇ 6-7 ਵਜੇ ਨਾਸ਼ਤਾ ਪਾਣੀ ਕਰਕੇ ਥੋੜ੍ਹੀ ਸੈਰ ਕਰਨੀ, ਫਿਰ 10 ਮਿੰਟ ਆਰਾਮ ਕਰਨਾ। 10 ਵਜੇ ਰਾਈਟ ਟਾਈਮ ਲਿਖਣ ਤੇ ਬਹਿ ਜਾਂਦੇ ਸੀ ਲਿਖਾਰੀ। 4 ਲਿਖਾਰੀ ਬਹਿੰਦੇ ਸੀ, 4 ਕੋਨਿਆਂ ਵਿੱਚ ਭਾਈ ਸਾਹਿਬ ਹੱਥ ਵਿੱਚ ਛੜੀ ਲੈ ਕੇ ਇਸ ਤਰ੍ਹਾਂ ਟਹਿਲਦੇ ਸਨ। ਅਕਾਲ ਪੁਰਖ ਨਾਲ, ਗੁਰੂ ਨਾਨਕ ਸਾਹਿਬ ਨਾਲ ਸੁਰਤੀ ਜੋੜ ਲੈਂਦੇ ਸਨ। ਤੇ ਜੋ ਛੰਦਾਂ ਦੇ ਵਿੱਚ ਉਹਨਾਂ ਨੇ ਜਿਹੜੀ ਰਚਨਾ ਰਚਨੀ ਹੁੰਦੀ ਸੀ, ਸ਼ਾਂਤ ਰਸ ਦੀ ਸ਼ਾਂਤ ਰਸ ਦੇ ਛੰਦਾਂ ਵਿੱਚ, ਸ਼ਿੰਗਾਰ ਰਸ ਸ਼ਿੰਗਾਰ ਦੇ, ਵੀਰ ਰਸ ਵੀਰ, 9 ਦੇ 9 ਰਸ ਉਹਨਾਂ ਦੀ ਬਾਣੀ 'ਚ ਆਉਂਦੇ ਆ। ਗੁਰੂ ਸਾਹਿਬਾਂ ਦੇ ਪ੍ਰਤੱਖ ਦਰਸ਼ਨ ਕਰਾ ਦਿੰਦੇ ਸੀ। ਤੇ ਅੱਜ ਆਪਾਂ ਉਹ ਕਥਾ ਸੁਣਨ ਦੀ ਬਜਾਏ ਉਲਟਾ ਕਹਿੰਦੇ ਜੀ ਕਥਾ ਹੋਣੀ ਨਹੀਂ ਚਾਹੀਦੀ ਸੂਰਜ ਪ੍ਰਕਾਸ਼ ਦੀ, ਬੰਦ ਕਰਾ ਦਿਓ ਗੁਰਦੁਆਰਿਆਂ 'ਚੋਂ। ਜਿਹੜੇ ਐਸਾ ਪ੍ਰਚਾਰ ਕਰਦੇ ਸਾਡੇ ਭਰਾ, ਉਹਨਾਂ ਨੂੰ ਆਖੋ ਭਾਈ ਤੁਸੀਂ ਕੋਈ ਹੋਰ ਗ੍ਰੰਥ ਬਣਾ ਕੇ ਦੇ ਦਿਓ, ਅਸੀਂ ਉਹਦੀ ਕਥਾ ਕਰ ਲਿਆ ਕਰਾਂਗੇ। ਸੂਰਜ ਪ੍ਰਕਾਸ਼ ਦਾ ਕੋਈ ਤੋੜ ਤਾਂ ਕੱਢੋ, ਕੋਈ ਦੀ ਬਰਾਬਰੀ ਤਾਂ ਲਿਆਓ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਸੋ ਪਿਆਰਿਓ, ਕਥਾ ਸੁਣਿਆ ਕਰੋ ਸੂਰਜ ਪ੍ਰਕਾਸ਼ ਦੀ, 10 ਗੁਰੂ ਸਾਹਿਬਾਂ ਦੀ, ਫਿਰ ਸਮਝ ਆਵੇਗੀ। ਜਿਹਦੀ ਬਾਣੀ ਸਮਝਣੀ ਹੋਵੇ ਨਾ, ਪਹਿਲਾਂ ਉਹਦਾ ਇਤਿਹਾਸ ਜ਼ਰੂਰੀ ਪਤਾ ਹੋਵੇ ਵੀ ਉਹ ਕੌਣ ਸੀ। ਜਦੋਂ ਕਿਸੇ ਬਜ਼ੁਰਗ ਦਾ ਇਤਿਹਾਸ ਪਤਾ ਹੋਵੇ, ਫਿਰ ਅਸੀਂ ਉਹਦੇ ਵਿਚਾਰ ਵੀ ਜਾਣਨਾ ਚਾਹੁੰਦੇ ਹਾਂ। ਜੇ ਸਾਨੂੰ ਉਹਦਾ ਪਤਾ ਹੀ ਨਹੀਂ, ਉਹਦਾ ਨਾਂ ਹੀ ਨਹੀਂ ਸੁਣਿਆ, ਉਹਦੇ ਵਿਚਾਰ ਇਤਿਹਾਸ ਬਾਰੇ ਨਹੀਂ ਪਤਾ, ਉਹਦੀ ਕਰਨੀ ਬਾਰੇ ਨਹੀਂ ਪਤਾ, ਉਹਦੇ ਵਿਚਾਰਾਂ ਤੋਂ ਕੀ ਲੈਣਾ। ਅੱਜ ਜਿਹੜੇ ਬਾਣੀ ਉੱਤੇ ਕਿੰਤੂ ਕਰਦੇ, ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਕਰਨੀ ਦਾ ਪਤਾ ਨਹੀਂ ਹੈ। ਸਤਿਗੁਰਾਂ ਨੇ ਸਾਡੇ ਲਈ ਕੀ ਕੀਤਾ। 10 ਜਾਮਿਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣੇ ਵਾਸਤੇ, ਸਾਡੇ ਵਾਸਤੇ ਬੜਾ ਕੁਝ ਕੀਤਾ, ਆਪਣੇ ਵਾਸਤੇ ਕੁਝ ਵੀ ਨਹੀਂ। ਪਹਿਲੇ ਜਾਮੇ 'ਚ ਵੇਖ ਲਓ, ਕੌਣ ਹੈ ਜਿਹੜਾ ਪਿਤਾ ਆਪਣੇ ਪੁੱਤਰਾਂ ਨੂੰ ਘਰ ਛੱਡ ਕੇ ਤੇ ਬਾਹਰ ਤੁਰ ਪਵੇ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਛੋਟੇ ਸਨ। ਲਖਮੀ ਚੰਦ ਤਾਂ ਗੋਦੀ ਵਿੱਚ ਹੀ ਸਨ, ਅਜੇ ਰਿੜਦੇ ਸਨ, ਛੋਟੀ ਉਮਰ ਸੀ, 1-1.25 ਸਾਲ ਦੀ ਹੋਣੀ। ਤੇ ਵੱਡੇ ਜਿਹੜੇ ਸਨ ਉਹ 3-4 ਸਾਲ ਦੇ ਸਨ। ਤੇ ਦੋਵਾਂ ਪੁੱਤਰਾਂ ਨੂੰ, ਆਪਣੀ ਪਤਨੀ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ 4 ਉਦਾਸੀਆਂ ਸੱਚੇ ਪਾਤਸ਼ਾਹ ਨੇ ਕੀਤੀਆਂ ਜਗਤ ਜਲੰਦੇ ਨੂੰ ਠਾਰਨ ਵਾਸਤੇ। ਕੁੱਲ ਸੰਸਾਰ ਦਾ ਚੱਕਰ ਲਾਇਆ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। 10 ਜਾਮਿਆਂ 'ਚ ਜੋ ਕੀਤਾ ਸਾਡੇ ਲਈ ਕੀਤਾ, ਆਪਣੇ ਵਾਸਤੇ। ਆਪ ਤਾਂ ਉਹ ਪਰਮੇਸ਼ਰ ਹੀ ਸਨ। ਪਰਮੇਸ਼ਰ ਨੂੰ ਆਪਣੇ ਲਈ ਕੁਝ ਨਹੀਂ ਕਰਨਾ ਪੈਂਦਾ, ਉਹ ਆਪ ਹੀ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਹੈ। 10ਵੇਂ ਜਾਮੇ 'ਚ ਸੱਚੇ ਪਾਤਸ਼ਾਹ ਨੇ ਇੰਤਹਾ ਕਰ ਦਿੱਤੀ ਕੁਰਬਾਨੀ ਦੀ। ਆਪਣੇ ਖਾਲਸੇ ਤੋਂ ਆਪਣਾ ਸਾਰਾ ਕੁਝ ਵਾਰ ਦਿੱਤਾ। ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ।
ਸਾਨੂੰ ਇੰਨਾ ਮਾਣ ਦਿੱਤਾ। ਮੋਹ ਗ੍ਰਹਿ ਮੈਂ ਸਿਰ ਤੇ ਤਨ ਲੋ ਧਨ ਹੈ ਸਭ ਹੀ ਇਨਹੀ ਕੋ। ਮੇਰੇ ਘਰ ਵਿੱਚ ਜੋ ਕੁਝ ਹੈ, ਸਿਰ ਮੇਰਾ, ਸਰੀਰ ਮੇਰਾ, ਤਨ ਮਨ ਧਨ ਮੇਰਾ ਨਹੀਂ ਹੈ, ਮੇਰੇ ਖਾਲਸੇ ਦਾ ਹੈ। ਇੰਨਾ ਰੁਤਬਾ ਖਾਲਸੇ ਨੂੰ ਦੇਣ ਵਾਲੇ ਬਾਜਾਂ ਵਾਲੇ ਪਾਤਸ਼ਾਹ ਨੇ ਭਾਰਤ ਵਾਸੀਆਂ ਵਾਸਤੇ ਕਹਿ ਲਓ, ਪੂਰੀ ਦੁਨੀਆ ਵਾਸਤੇ ਕਹਿ ਲਓ, ਪੂਰੇ ਸੰਸਾਰ ਵਾਸਤੇ, ਕਿਉਂਕਿ ਮਹਾਂਪੁਰਸ਼ ਕਦੀ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ। ਜਿੰਨੇ ਵੀ ਮਹਾਂਪੁਰਸ਼ ਹੁੰਦੇ ਆ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਮਹਾਂਪੁਰਸ਼ ਕਿਸੇ ਇੱਕ ਬੰਦੇ ਨੂੰ ਉਪਦੇਸ਼ ਦਿੰਦੇ, ਸਾਰੀ ਦੁਨੀਆ ਦਾ ਭਲਾ ਕਰ ਦਿੰਦੇ। ਇੱਕੋ ਬੰਦੇ ਨੂੰ ਨਹੀਂ ਕਹਿੰਦੇ, ਸਾਰੀ ਦੁਨੀਆ ਨੂੰ ਉਹ ਗੱਲ ਕਹਿੰਦੇ ਆ। ਉਹ ਇੱਕ ਬੰਦੇ ਦਾ ਤਾਂ ਬਹਾਨਾ ਹੁੰਦਾ, ਉਪਦੇਸ਼ ਸਾਰੀ ਮਾਨਵਤਾ ਦਾ ਸਾਂਝਾ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਹਿੰਦੂ ਮੁਸਲਮਾਨ ਹਰ ਇਨਸਾਨ ਦੇ ਵਾਸਤੇ ਰਾਹ ਦੱਸਿਆ ਵੀ ਸੱਚ ਦਾ ਮਾਰਗ ਹੈ। ਬੰਦਗੀ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਔਰ ਜ਼ਾਲਮ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ। ਤੁਸੀਂ ਜਾਣਦੇ ਹੋ, ਬਾਣੀ 'ਚ ਮਹਾਰਾਜ ਕਹਿੰਦੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਜੇ ਕੋਈ ਸੱਚ ਬੋਲਦਾ, ਝੂਠੇ ਨੂੰ ਤਿੰਨੇ ਕੱਪੜੀ ਅੱਗ ਲੱਗਦੀ ਹੈ। ਝੂਠਾ ਬੰਦਾ ਸੜਦਾ ਰਹਿੰਦਾ, ਕੁੜਦਾ ਰਹਿੰਦਾ, ਸੱਪ ਦੀ ਤਰ੍ਹਾਂ ਵਿਸ ਘੋਲਦਾ, ਜਦੋਂ ਮੌਕਾ ਬਣੇ ਡੰਗ ਮਾਰਦਾ। ਮਹਾਰਾਜ 10ਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਪਹਾੜੀ ਰਾਜੇ ਸੜ ਗਏ। ਇਹ ਗੁਰੂ, ਇਹ ਨੌਜਵਾਨ, ਅਸੀਂ ਪੁਰਾਣੇ ਰਾਜੇ, ਇਹਦੀ ਚੜ੍ਹਤ ਸਾਡੇ ਨਾਲ ਜ਼ਿਆਦੀ। ਨਗਾਰੇ ਵਜਾਉਂਦਾ, ਘੋੜਿਆਂ ਤੇ ਚੜ੍ਹਦਾ, ਬਾਜ ਰੱਖਦਾ, ਸ਼ਿਕਾਰ ਖੇਡਦਾ ਹੈ, ਤਾਂ ਬਾਦਸ਼ਾਹ ਬਣਿਆ ਫਿਰਦਾ। ਮਹਾਰਾਜ 10ਵੇਂ ਪਾਤਸ਼ਾਹ ਦਾ ਜਾਹੋ ਜਲਾਲ ਨਾ ਝੱਲਿਆ ਗਿਆ ਤੇ ਉਹਨਾਂ ਨੇ ਮਹਾਰਾਜ ਨਾਲ ਜੰਗ ਜਹਾਦ ਸ਼ੁਰੂ ਕਰ ਦਿੱਤੇ। ਪਹਿਲਾ ਜੰਗ ਗੁਰੂ ਸਾਹਿਬ ਜੀ ਨੇ 20-21 ਸਾਲ ਦੀ ਉਮਰ 'ਚ ਭੰਗਾਣੀ ਦੇ ਮੈਦਾਨ 'ਚ ਲੜਿਆ। ਪੌਂਟਾ ਸਾਹਿਬ ਤੋਂ 22 ਕਿਲੋਮੀਟਰ ਹੈ ਭੰਗਾਣੀ ਪਿੰਡ। ਉਸ ਜੰਗ ਵਿੱਚ ਆਪਣੇ 2 ਭਰਾਵਾਂ ਨੂੰ ਵਾਰਿਆ। ਸਤਿਗੁਰੂ ਜੀ ਦੇ ਭੂਆ ਦੇ ਪੁੱਤਰ ਭਾਈ ਸਨ ਸੰਗੋ ਸ਼ਾਹ ਤੇ ਭਾਈ ਜੀਤ ਮਲ, ਸ਼ਹੀਦ ਹੋਏ ਉੱਥੇ। ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਮੁਰੀਦ ਵੀ ਸ਼ਹੀਦ ਹੋਏ। ਹੋਰ ਬੜੇ ਗੁਰਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਜੰਗ ਜਿੱਤਿਆ ਮਹਾਰਾਜ ਨੇ ਭੰਗਾਣੀ ਦਾ। ਦੂਸਰਾ ਜੰਗ ਨਦੌਣ ਦਾ। ਰਾਜੇ ਭੀਮ ਚੰਦ ਨੇ ਕਈ ਸਾਲ ਮਾਮਲਾ ਨਹੀਂ ਸੀ ਤਾਰਿਆ ਔਰੰਗਜ਼ੇਬ ਦਾ। ਕਈ ਸਾਲ ਟੈਕਸ ਨਹੀਂ ਭੇਜਿਆ ਦਿੱਲੀ। ਪਹਾੜੀ ਰਾਜੇ ਜਿਹੜੇ ਸਨ ਬਹਾਨਾ ਤਾਂ ਇਹ ਕਰਦੇ ਸੀ, ਸਾਡੇ ਪਹਾੜਾਂ 'ਚ ਹੁੰਦਾ ਕੁਝ ਨਹੀਂ, ਟੈਕਸ ਦੇਣ ਦੇ ਮਾਰੇ। ਸਾਡੇ ਕੋਲ ਹੈ ਨਹੀਂ ਜੀ, ਅਸੀਂ ਤਾਂ ਗਰੀਬ ਹਾਂ, ਪੱਥਰਾਂ 'ਚ ਰਹਿੰਦੇ ਹਾਂ। ਪਰ ਗੱਲ ਇਹ ਸੀ, ਉਹ ਸੋਚਦੇ ਸਨ ਵੀ ਬਾਦਸ਼ਾਹ ਨੇ ਇੱਧਰ ਆਉਣਾ ਨਹੀਂ। ਜੇ ਬਾਦਸ਼ਾਹ ਇੱਧਰ ਆ ਵੀ ਗਿਆ ਪਹਾੜਾਂ ਵਿੱਚ ਤੇ ਸਾਡਾ ਕੁਝ ਨਹੀਂ ਵਿਗਾੜ ਸਕਦਾ। ਉਹ ਕਈ ਸਾਲ ਮਾਮਲਾ ਨਹੀਂ ਸੀ ਤਾਰਦੇ। ਭੀਮ ਚੰਦ ਦਾ ਦਾਦਾ ਤਾਰਾ ਚੰਦ ਵੀ, ਉਹ ਵੀ ਮਾਮਲਾ ਨਹੀਂ ਸੀ ਤਾਰਦਾ। ਇਸੇ ਕਰਕੇ ਜਹਾਂਗੀਰ ਨੇ ਫੜ ਕੇ ਗਵਾਲੀਅਰ ਦੇ ਕਿਲੇ 'ਚ ਬੰਦ ਕੀਤਾ ਸੀ ਤਾਰਾ ਚੰਦ। ਜਦੋਂ 6ਵੇਂ ਪਾਤਸ਼ਾਹ 52 ਰਾਜਿਆਂ ਨੂੰ ਛੁਡਾ ਕੇ ਲਿਆਏ, ਉਹਨੂੰ ਵੀ ਨਾਲ ਲੈ ਕੇ ਆਏ। ਇਸ ਕਰਕੇ ਤਾਰਾ ਚੰਦ ਮਹਾਰਾਜ 6ਵੇਂ ਪਾਤਸ਼ਾਹ ਦਾ ਸ਼ਰਧਾਲੂ ਬਣ ਗਿਆ ਤੇ ਉਹਨੇ ਜਗ੍ਹਾ ਦਿੱਤੀ, ਕੀਰਤਪੁਰ ਸਾਹਿਬ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਦਿੱਤੀ, ਮੁੱਲ ਲੈ ਲਈ। ਪਹਾੜੀ ਇਲਾਕੇ ਵਿੱਚ ਕਹਿਲੂਰ ਰਿਆਸਤ ਤਾਰਾ ਚੰਦ ਬੜਾ ਨੇਕ ਬਣ ਕੇ ਰਿਹਾ ਗੁਰੂ ਘਰ ਨਾਲ। ਉਹਦਾ ਪੁੱਤਰ ਦੀਪ ਚੰਦ ਵੀ ਬੜਾ ਨੇਕ ਚੱਲਿਆ। ਦੀਪ ਚੰਦ ਦੀ ਮੌਤ 1665 ਵਿੱਚ ਹੋਈ। 9ਵੇਂ ਪਾਤਸ਼ਾਹ ਗੱਦੀ ਤੇ ਤਾਜ਼ੇ ਬੈਠੇ ਸਨ। ਕੀਰਤਪੁਰ ਸਾਹਿਬ ਆਏ ਸਨ ਬਾਬੇ ਬਕਾਲੇ ਤੋਂ ਚੱਲ ਕੇ, ਅੰਮ੍ਰਿਤਸਰ ਤੋਂ ਹੋ ਕੇ, ਤੇ ਦੀਪ ਚੰਦ ਦੀ ਮੌਤ ਦੀ ਖਬਰ ਮਿਲੀ। ਸਤਿਗੁਰੂ ਜੀ ਉਹਦੇ ਭੋਗ ਤੇ ਗਏ। ਦੀਪ ਚੰਦ ਦੀ ਮਾਂ ਤਾਰਾ ਚੰਦ ਦੀ ਘਰ ਵਾਲੀ ਬੁੱਢੀ ਰਾਣੀ
ਕਹਿਣ ਲੱਗੀ ਜੀ ਮੇਰੇ ਕੋਲ ਇੱਕ ਬੇਨਤੀ ਹੈ ਵੀ ਤੁਸੀਂ ਮੇਰੇ ਪੁੱਤਰ ਦੇ ਸਿਰ ਤੇ ਹੱਥ ਰੱਖੋ, ਪੋਤਰੇ ਦੇ, ਭੀਮ ਚੰਦ ਦੇ। ਇਹ ਰਾਜਾ ਬਣੇਗਾ ਤੇ ਇਹਦੇ ਸਿਰ ਤੇ ਮਿਹਰਬਾਨੀ ਕਰੋ ਤੇ ਭੀਮ ਚੰਦ ਦੇ ਇਲਾਕੇ 'ਚ ਤੁਸੀਂ ਮਹਾਰਾਜ ਆਪਣਾ ਇੱਕ ਨਗਰ ਵਸਾ ਲਓ, ਜਗ੍ਹਾ ਸਾਡੇ ਤੋਂ ਫਰੀ ਲੈ ਲਓ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਫਰੀ ਨਹੀਂ ਲੈਣੀ, ਪੈਸੇ ਦੇ ਕੇ ਲਵਾਂਗੇ, ਜਗ੍ਹਾ ਤੁਹਾਡੇ ਤੋਂ ਲੈ ਲੈਂਦੇ ਹਾਂ। ਮਾਖੋਵਾਲ, ਜਿਹਦਾ ਅੱਜ ਕੱਲ੍ਹ ਨਾਮ ਸ੍ਰੀ ਅਨੰਦਪੁਰ ਸਾਹਿਬ ਹੈ, ਇਹਦਾ ਪਹਿਲਾ ਨਾਮ ਸੀ ਮਾਖੋਵਾਲ। ਮਾਖੋਵਾਲ ਦਾ ਇੱਥੇ 500 ਰੁਪਈਏ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਣੀ ਕੋਲੋਂ ਪਟਾ ਕਰਾ ਲਿਆ। ਦੀਪ ਚੰਦ ਦੀ ਮਾਂ, ਤਾਰਾ ਚੰਦ ਦੀ ਘਰਵਾਲੀ, ਭੀਮ ਚੰਦ ਦੀ ਦਾਦੀ, ਉਹਨੇ ਪਟਾ ਲਿਖ ਦਿੱਤਾ। ਰਜਿਸਟਰੀ ਹੋਈ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਂ ਦੇ ਨਾਂ ਤੇ। ਉਸ ਕਰਕੇ ਪੁਰਾਣੇ ਕਾਗਜ਼ਾਂ 'ਚ ਪਿੰਡ ਦਾ ਨਾਮ ਚੱਕ ਮਾਤਾ ਨਾਨਕੀ ਲਿਖਿਆ ਹੋਇਆ। ਪਹਿਲਾ ਨਾਮ ਹੀ ਇਹਦਾ ਰੱਖਿਆ ਸੀ ਚੱਕ ਮਾਤਾ ਨਾਨਕੀ, ਉਸ ਤੋਂ ਪਹਿਲਾਂ ਸੀ ਮਾਖੋਵਾਲ। ਬਾਅਦ ਵਿੱਚ ਜਦੋਂ 10ਵੇਂ ਪਾਤਸ਼ਾਹ ਜੀ ਪਟਨੇ ਸਾਹਿਬ ਤੋਂ ਆਏ ਸਨ, ਉਦੋਂ ਨਾਮ ਅਨੰਦਪੁਰ ਸਾਹਿਬ ਹੋ ਗਿਆ ਸੀ। ਸੋ ਖਾਲਸਾ ਜੀ ਅਨੰਦਪੁਰ ਸਾਹਿਬ ਵਿੱਚ ਮਹਾਰਾਜ ਰਹਿੰਦੇ 10ਵੇਂ ਪਾਤਸ਼ਾਹ, ਤੇ ਭੀਮ ਚੰਦ ਜਿਹੜਾ ਸੀ ਉਹ ਰਾਜਾ ਸੀ, ਬਣ ਚੁੱਕਾ ਸੀ। ਪਹਿਲਾਂ ਤਾਂ ਸਤਿਗੁਰਾਂ ਨੂੰ ਆਪਣੇ ਕੋਲ ਇਸ ਕਰਕੇ ਲਿਆਏ ਸਨ ਵੀ ਸਾਡੀ ਮਦਦ ਕਰਨਗੇ, ਬਾਅਦ 'ਚ ਈਰਖਾ ਕਰਨ ਲੱਗ ਪਏ। ਸਵਾਰਥੀ ਲੋਕ ਜਿਹੜੇ ਹਨ, ਜਦੋਂ ਮਤਲਬ ਨਿਕਲ ਜਾਂਦਾ ਉਦੋਂ ਵੈਰੀ ਬਣ ਜਾਂਦੇ ਆ। ਸਾਧ ਸੰਗਤ ਜੀ, ਪ੍ਰੇਮ ਦਾ ਤੇ ਮੋਹ ਦਾ ਇਹ ਫਰਕ ਯਾਦ ਰੱਖਣਾ। ਪ੍ਰੇਮ ਦੇ ਵਿੱਚ ਸਵਾਰਥ ਕੋਈ ਨਹੀਂ ਹੁੰਦਾ, ਨਿਰਸਵਾਰਥ ਹੁੰਦਾ ਪ੍ਰੇਮ। ਵਿੱਚ ਜਮਾ ਲਾ ਦਿਓ ਕਰਕੇ ਸਵਾਰਥ, ਪ੍ਰੇਮ ਜਮਾ ਸਵਾਰਥ ਬਣ ਗਿਆ ਮੋਹ, ਆਪਣੇ ਹਿੱਤ ਆ ਜਾਂਦੇ। ਉਹ ਰਾਜਾ ਭੰਗਾਣੀ ਦੇ ਜੰਗ 'ਚ 10ਵੇਂ ਪਾਤਸ਼ਾਹ ਦਾ ਵਿਰੋਧੀ ਬਣ ਕੇ ਲੜਿਆ ਭੀਮ ਚੰਦ। ਪਹਿਲੀ ਜੰਗ 'ਚ 3 ਸਾਲ ਲੰਘੇ। ਉਹਨੇ ਉਹ ਜਿਹੜਾ ਦਾਦੇ ਪੜਦਾਦੇ ਵਾਲਾ ਕੰਮ ਸੀ ਵੀ ਟੈਕਸ ਨਹੀਂ ਤਾਰਨਾ, ਨਹੀਂ ਤਾਰਿਆ। ਤੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ 2 ਆਲਾ ਅਫਸਰ ਭੇਜੇ ਵੀ ਜਾਓ ਪਹਾੜਾਂ 'ਚੋਂ ਟੈਕਸ ਲੈ ਕੇ ਆਓ। ਬਚਿੱਤਰ ਨਾਟਕ ਵਿੱਚ ਸਤਿਗੁਰੂ ਲਿਖਦੇ ਕਲਗੀਧਰ ਪਾਤਸ਼ਾਹ, ਮੀਆਂ ਖਾਨ ਜੰਮੂ ਕਹਿ ਆਇਓ, ਅਲਫ ਖਾਨ ਨਦੌਣ ਪਠਾਇਓ। ਮੀਆਂ ਖਾਨ ਆਇਆ ਜੰਮੂ ਦੇ ਇਲਾਕੇ 'ਚ, ਕਸ਼ਮੀਰ ਦੇ ਇਲਾਕੇ 'ਚ ਟੈਕਸ ਇਕੱਠਾ ਕਰਨ। ਅਲਫ ਖਾਨ ਆਇਆ ਪਹਾੜ ਦਾ, ਜਿਹੜਾ ਅਨੰਦਪੁਰ ਸਾਹਿਬ ਦਾ ਉੱਪਰਲਾ ਇਲਾਕਾ ਹੈ, 22 ਧਾਰ ਦੀਆਂ ਰਿਆਸਤਾਂ। ਜਦੋਂ ਉੱਥੇ ਆਇਆ ਤੇ ਭੀਮ ਚੰਦ ਨੂੰ ਫਿਕਰ ਪੈ ਗਿਆ ਵੀ ਹੁਣ ਕੀ ਕਰੀਏ, ਟੈਕਸ ਤਾਂ ਦੇਣਾ ਨਹੀਂ ਆਪਾਂ, ਪੈਸੇ ਕੋਈ ਨਹੀਂ, ਆਪਾਂ ਇਹਦਾ ਮੁਕਾਬਲਾ ਕਰਦੇ ਹਾਂ, ਲੜਾਈ ਕਰਦੇ ਹਾਂ। ਉਹਨੇ ਜੰਗ ਦੀ ਤਿਆਰੀ ਕਰ ਲਈ। ਭੀਮ ਚੰਦ ਨੇ ਸਾਰੇ ਪਹਾੜੀ ਰਾਜੇ ਇਕੱਠੇ ਕੀਤੇ ਵੀ ਮਦਦ ਤੇ ਸੱਦੋ। ਕਹਿਣ ਲੱਗੇ ਆਪਾਂ 22 ਦੇ 22 ਰਲ ਕੇ ਵੀ ਨਹੀਂ ਜਿੱਤ ਸਕਦੇ ਬਾਦਸ਼ਾਹ ਦੇ ਜਰਨੈਲ ਨੂੰ, ਕਿਵੇਂ ਜਿੱਤਾਂਗੇ? ਕਹਿਣ ਲੱਗੇ ਇੱਦਾਂ ਕਰੋ, ਗੁਰੂ ਨਾਲ ਸੁਲ੍ਹਾ ਕਰ ਲਓ। ਇਹ ਹੈ ਰਾਜਨੀਤੀ। ਲੋੜ ਪੈਣ ਤੇ ਦੁਸ਼ਮਣ ਨੂੰ ਵੀ ਪਿਓ ਕਹਿ ਦਿੰਦੇ, ਜੇ ਲੋੜ ਲੰਘ ਜਾਵੇ ਪਿਓ ਨੂੰ ਵੀ ਦੁਸ਼ਮਣ ਬਣਾ ਲੈਂਦੇ। ਇਹੋ ਜਿਹੇ ਲੋਕ ਆ। ਕਹਿਣ ਲੱਗੇ ਗੁਰੂ ਕਲਗੀਧਰ ਬਖਸ਼ਿੰਦ ਹਨ। ਚਿੱਠੀ ਲਿਖੀ ਭੀਮ ਚੰਦ ਨੇ, ਮਹਾਰਾਜ ਤੁਸੀਂ ਗੁਰੂ, ਅਸੀਂ ਸਿੱਖ, ਤੁਸੀਂ ਬਖਸ਼ਣ ਵਾਲੇ, ਅਸੀਂ ਭੁੱਲਣ ਵਾਲੇ, ਸਾਡੀਆਂ ਗਲਤੀਆਂ ਰੋਜ਼ ਹੋਣੀਆਂ, ਤੁਸੀਂ ਰੋਜ਼ ਬਖਸ਼ਣਾ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ, ਕਿਰਪਾ ਕਰੋ ਬਖਸ਼ੋ ਸਾਨੂੰ, ਸਾਡੀ ਮਦਦ ਕਰੋ। ਮਹਾਰਾਜ ਲਿਖਦੇ, ਸਭੈ ਵੀਰ ਬੋਲੇ ਹਮੈਂ ਵੀ ਬੁਲਾਇਨ, ਸਾਰੇ ਯੋਧੇ ਬੁਲਾਏ, ਸਾਨੂੰ ਵੀ ਬੁਲਾ ਲਿਆ। ਜਿੱਤਰ ਨਾਟਕ ਕਥਾ ਪੜ੍ਹੋ ਨਾ, 10ਵੇਂ ਪਾਤਸ਼ਾਹ ਨੇ ਆਤਮ ਕਥਾ ਲਿਖੀ ਹੈ, ਅਬ ਮੈਂ ਆਪਣੀ ਕਥਾ ਬਖਾਨੋ। ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਬੜੇ ਬੜੇ ਮਹਾਂਪੁਰਸ਼ ਸਤਿਕਾਰਯੋਗ ਹਸਤੀਆਂ ਹੋਈਆਂ, ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵੱਡੀ ਵਡਿਆਈ ਇਹ ਹੈ ਕਿ ਸਤਿਗੁਰਾਂ ਨੇ ਆਪਣੇ ਜੀਵਨ ਦੀ ਹੱਡ ਬੀਤੀ ਕਥਾ ਆਪ ਲਿਖੀ ਹੈ। 2 ਗੱਲਾਂ ਹੁੰਦੀਆਂ ਨੇ, ਇੱਕ ਜਗ ਬੀਤੀ, ਇੱਕ ਹੱਡ ਬੀਤੀ। ਜਗ ਬੀਤੀ ਸੁਣੀ ਸੁਣਾਈ ਹੁੰਦੀ ਹੈ, ਕਿਸੇ ਦੀ ਕਹਾਣੀ ਨੂੰ ਕੋਈ ਜ਼ਿਆਦਾ ਵਧਾ ਦਿੰਦਾ, ਕੋਈ ਘਟਾ ਦਿੰਦਾ।
ਪਰ ਜਿਹੜੀ ਆਪ ਬੀਤੀ ਹੁੰਦੀ ਆ ਆਪਣੇ ਹੱਡਾਂ ਨਾਲ, ਉਹ ਬੰਦਾ ਲਿਖਦਾ ਸਹੀ ਸਹੀ। ਸਾਰੇ ਸੰਸਾਰ ਵਿੱਚ ਸ੍ਰੀ ਰਾਮਚੰਦਰ ਜੀ, ਕ੍ਰਿਸ਼ਨ ਜੀ, ਮੁਹੰਮਦ ਸਾਹਿਬ ਜੀ, ਹਜ਼ਰਤ ਈਸਾ ਵੱਡੇ ਵੱਡੇ ਮਹਾਂਪੁਰਸ਼ ਹੋਏ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਕਥਾ ਆਪ ਲਿਖ ਕੇ ਕਮਾਲ ਕੀਤਾ ਹੈ। ਅੱਜ ਅਸੀਂ ਉਹਨਾਂ ਦੇ ਆਪਣੇ ਲਿਖੇ ਹੋਏ ਦਸਤਾਵੇਜ਼ਾਂ ਦੀ ਨਿੰਦਾ ਕਰਦੇ ਹਾਂ। ਸਾਧ ਸੰਗਤ, ਆ ਤੁਹਾਡੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੀਆਂ ਚਿੱਠੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ, ਉਹਨਾਂ ਦੇ ਕੱਪੜੇ ਸਾਂਭ ਕੇ ਰੱਖੇ ਹੋਏ ਨੇ, ਪੈਰਾਂ ਦੀਆਂ ਜੁੱਤੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ, ਐਨਕਾਂ ਸਾਂਭ ਕੇ ਰੱਖੀਆਂ ਹੋਈਆਂ ਨੇ, ਤੇ ਅਸੀਂ ਕਲਗੀਧਰ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਸਾਂਭਦੇ। ਤਰਸਦੇ ਨੇ ਲੋਕ ਵੀ ਕੋਈ ਮਹਾਂਪੁਰਸ਼ਾਂ ਦਾ ਆਪਣਾ ਲਿਖਿਆ ਮਿਲ ਜਾਵੇ। ਉਹ ਜਿਨ੍ਹਾਂ ਦਾ ਮਿਲਦਾ ਉਹਨਾਂ ਦੀ ਨਿੰਦਾ ਕਰਦੇ ਨੇ। ਕਲਗੀਧਰ ਕਹਿੰਦੇ ਸਭੈ ਵੀਰ ਬੋਲੇ ਹਮੈਂ ਵੀ ਬੁਲਾਇੰ, ਸਾਰੇ ਬੁਲਾਏ, ਸਾਨੂੰ ਵੀ ਬੁਲਾਇਆ। ਮਹਾਰਾਜ ਉੱਥੇ ਗਏ, ਜੰਗ ਹੋਇਆ। ਦੂਜੀ ਤਰਫ ਦੇ ਜਿਹੜੇ ਸੀਗੇ ਅਲਫ ਖਾਨ ਦੇ ਸਾਥੀ, ਉਹਨਾਂ ਨੇ ਉੱਚੇ ਨਵਰਸ ਕਿਲ੍ਹਾ ਸੀਗਾ, ਟਿੱਬਾ ਸੀ ਪਹਾੜ ਦਾ, ਉਹਦੇ ਉੱਤੇ ਲੱਕੜ ਦਾ ਕਿਲ੍ਹਾ ਬਣਾਇਆ। 3 ਕਾਠਗੜ੍ਹ ਨਵਰਸ ਪਰ ਬਾਧਿਓ, ਇੱਦਾਂ ਲੱਕੜ ਇੱਕ ਦੂਜੀ ਨਾਲ ਜੋੜ ਕੇ ਨਾ ਤੇ ਕੰਧ ਬਣਾ ਲਈ, ਤੇ ਲੱਕੜਾਂ ਦੇ ਵਿੱਚ ਮੋਰਚੇ ਲਾ ਲਏ, ਉੱਚੀ ਥਾਂ ਤੇ ਸਨ। ਗੁਰੂ ਕਲਗੀਧਰ ਜਦੋਂ ਦੇਖਿਆ ਵੀ ਦੁਸ਼ਮਣ ਦਾ ਜ਼ੋਰ ਪੈ ਰਿਹਾ, ਰਾਜੇ ਭੀਮ ਚੰਦ ਨੇ ਆਖਿਆ ਮਹਾਰਾਜ ਹੁਣ ਬਚਾਓ ਸਾਨੂੰ। ਆਪ ਘੋੜੇ ਤੇ ਚੜ੍ਹੇ। ਸਤਿਗੁਰੂ ਪਾਤਸ਼ਾਹ ਨੇ 7 ਤੀਰ ਮਾਰੇ ਉੱਥੇ, 7 ਤੀਰ, 3 ਖੱਬੇ ਪਾਸੇ, 4 ਸੱਜੇ ਪਾਸੇ। 7 ਤੀਰਾਂ ਦਾ ਮੋਰਚਾ ਫਤਿਹ ਕਰਤਾ। ਦਿਆਲ ਚੰਦ ਬਿਜੜਵਾਲੀਆ ਰਾਜਾ ਗੋਲੀ ਚਲਾ ਰਿਹਾ ਸੀ, ਸਾਹਮਣੇ ਆ ਕੇ ਉਹ ਅਲਫ ਖਾਨ ਨਾਲ ਰਲ ਗਿਆ ਸੀ। ਮਹਾਰਾਜ ਨੇ ਗੋਲੀ ਛਾਤੀ 'ਚ ਮਾਰ ਕੇ ਫਤਿਹ ਕਰ ਦਿੱਤਾ। ਸੋ ਖਾਲਸਾ ਜੀ ਦੂਸਰਾ ਜੰਗ ਨਿਦਾਉਣ ਹੋਇਆ। ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੇ ਹਮਲੇ, ਦਿਲਾਵਰ ਖਾਨ, ਰੁਸਤਮ ਖਾਨ, ਬੜੇ ਜੰਗ ਹੋਏ। ਸਾਰੀਆਂ ਜੰਗਾਂ 'ਚ 22 ਧਾਰ ਦੇ ਰਾਜੇ ਹਾਰਦੇ ਰਹੇ। ਸੂਬਾ ਵਜ਼ੀਰ ਖਾਨ ਨੂੰ ਵੀ ਬੁਲਾਇਆ ਸਰਹੰਦ ਵਾਲੇ ਨੂੰ, ਉਹ ਵੀ ਹਾਰ ਖਾ ਕੇ ਚਲਾ ਗਿਆ। ਬੜਾ ਲੰਮਾ ਇਤਿਹਾਸ ਹੈ। ਜੇ 1 ਸਾਲ ਰੋਜ਼ ਘੰਟਾ ਕਥਾ ਹੋਵੇ ਤੇ 10ਵੇਂ ਪਾਤਸ਼ਾਹ ਦੇ ਜੰਗਾਂ ਦੀ ਕਥਾ ਨਿਬੜਦੀ ਹੈ। 1 ਸਾਲ ਰੋਜ਼ ਕਥਾ ਹੋਵੇ 1 ਘੰਟਾ, ਤੇ ਤਾਂ ਉਹਨਾਂ ਦੇ ਜੰਗਾਂ ਦਾ ਹੀ ਜ਼ਿਕਰ ਪੂਰਨ ਹੁੰਦਾ ਹੈ, ਜਿਹੜੇ ਜੰਗ ਕੀਤੇ। ਬਾਕੀ ਕਥਾ ਸਤਿਗੁਰਾਂ ਦੀ ਇਕੱਠ ਹੈ। ਸੋ ਖਾਲਸਾ ਜੀ ਜਦੋਂ ਦੇਖਿਆ ਵੀ ਕੋਈ ਚਾਰਾ ਨਹੀਂ ਚੱਲਦਾ, ਤੇ 1699 ਨੂੰ ਮਹਾਰਾਜ ਨੇ ਖਾਲਸਾ ਵੀ ਸਾਜ ਦਿੱਤਾ। ਬੜਾ ਜਾਹੋ ਜਲਾਲ ਵੱਧ ਗਿਆ, ਪਿੰਡ ਪਿੰਡ ਖਾਲਸਾ ਹੋ ਗਿਆ। ਪਹਾੜੀ ਰਾਜਿਆਂ ਨੇ ਔਰ ਸੂਬੇ ਸਰਹੰਦ ਨੇ, ਸੂਬੇ ਜ਼ਬਰਦਸਤ ਖਾਂ ਲਾਹੌਰ ਨੇ, ਸਾਰਿਆਂ ਨੇ ਜ਼ੋਰ ਲਾ ਲਿਆ। ਕਲਗੀਧਰ ਦਾ ਪ੍ਰਤਾਪ ਵੱਧਦਾ ਗਿਆ। ਉੜਕ ਇਹਨਾਂ ਨੇ ਦਿੱਲੀ ਦਰਬਾਰ ਤੱਕ ਪਹੁੰਚ ਕੀਤੀ। ਦਿੱਲੀ ਸੂਬਾ ਜਿਹੜਾ ਸੀ ਦਿੱਲੀ ਦਾ, ਉਹ ਕਹਿਣ ਲੱਗਾ ਮੇਰੇ ਵੱਸ ਦੀ ਗੱਲ ਨਹੀਂ, ਤੁਹਾਨੂੰ ਬਾਦਸ਼ਾਹ ਕੋਲ ਜਾਣਾ ਪਏਗਾ। ਬਾਦਸ਼ਾਹ ਉਸ ਵੇਲੇ ਅਹਿਮਦ ਨਗਰ ਔਰੰਗਾਬਾਦ, ਤੁਸੀਂ ਹਜ਼ੂਰ ਸਾਹਿਬ ਗਏ ਹੋਵੋਗੇ, ਉੱਥੋਂ 300 ਮੀਲ ਪਹਿਲੇ ਹੈ ਔਰੰਗਾਬਾਦ। ਔਰੰਗਜ਼ੇਬ ਉੱਥੇ ਰਹਿੰਦਾ ਸੀ। ਲਗਭਗ 32 ਸਾਲ ਔਰੰਗਜ਼ੇਬ ਉੱਧਰ ਹੀ ਰਿਹਾ। ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, 11 ਨਵੰਬਰ 1675 ਮਘਰ ਸੁਦੀ ਪੰਚਮੀ ਵਾਲੇ ਦਿਨ ਸਤਿਗੁਰਾਂ ਦਾ ਸੀਸ ਉਤਾਰਿਆ ਗਿਆ। ਉਸ ਦਿਨ ਔਰੰਗਜ਼ੇਬ ਲਾਲ ਕਿਲੇ ਦੇ ਵਿੱਚ ਸੁੱਤਾ ਪਲੰਗ ਦੇ ਉੱਤੇ ਪਲੰਘਾ ਮੂਧਾ ਹੋ ਗਿਆ। ਰਾਤ ਨੂੰ ਆਵਾਜ਼ਾਂ ਮਾਰਦਾ ਵੀ ਮੇਰਾ ਪਲੰਘਾ ਸਿੱਧਾ ਕਰੋ। ਪਲੰਘ ਭਾਰੀ ਸੀਗਾ, ਆਪ ਮਾੜੂਆ ਜਿਹਾ ਹੀ ਸੀ। ਹੁਣ ਪਲੰਘੇ ਦੇ ਥੱਲੇ ਦੱਬਿਆ, ਚੀਕਾਂ ਮਾਰਦਾ ਔਰੰਗਜ਼ੇਬ। ਕੋਈ ਪਹਿਰੇਦਾਰ ਨੇੜੇ ਨਹੀਂ ਆਉਂਦਾ। ਕਿਸੇ ਨੂੰ ਪਤਾ ਹੋਵੇ ਤਾਂ ਨੇੜੇ ਆਵੇ। ਕਹਿੰਦੇ ਕਿਸੇ ਨੇ ਦਾੜੀ ਤੋਂ ਫੜ ਕੇ, ਨਾ ਸਿਰ ਤਾਂ ਮੁੰਨਦਾ ਸੀ, ਦਾੜੀ ਰੱਖਦਾ ਸੀ, ਦਾੜੀ ਤੋਂ ਫੜ ਕੇ ਬਾਹਰ ਖਿੱਚਿਆ ਸਿਰ, ਮੁੰਡੀ ਕੱਢੀ ਬਾਹਰ। ਔਰੰਗਜ਼ੇਬ ਨੇ ਦੇਖਿਆ ਸਾਹਮਣੇ ਭਾਈ ਮਤੀ ਦਾਸ ਜੀ ਖੜੇ ਹੈ। ਚੀਕਾਂ ਨਿਕਲ ਗਈਆਂ ਔਰੰਗੇ ਦੀਆਂ। ਕਹਿੰਦਾ ਇਹ ਸਿੱਖ ਨੂੰ ਤੇ ਆਰੇ ਨਾਲ ਚੀਰਤਾ ਸੀ, ਇਹ ਕਿੱਥੋਂ ਆ ਗਿਆ? ਭਾਈ ਸਾਹਿਬ ਕਹਿੰਦੇ ਮੈਂ ਮੇਰੇ ਜਿਸਮ ਨੂੰ ਚੀਰਿਆ ਸੀ।
मेरी आत्मा नूं नहीं तू चीर सकदा। मैं गुरु का शहीद हाँ, मैनू अपने चीरे का दुख नहीं, पर जिहड़ा पाप तू अज कीता है, मेरे सतगुरु शहीद कर दिते है, इहदा मैं तेनू मजा चखावांगा। रोज तेरा पलंगा इदां ही मूधा करया करांगा। और जिहड़ा तेरे कोल जोर लगदा, दुनिया की ताकत ला लै, जिन्ने कलामां पढ़ा लै, जिन्ने मंत्र जंतर जादू टूणे करा लै, मैनू नहीं रोक सकणगे। शहीदी पहरा ऐसा है खालसा जी, कोई जादू टूणा मंत्र जंतर नहीं चलदा। असी रोज़ अरदासे याद करते हैं, जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लुहाइयां, तन आरियां नाल चराए, चरखड़ियां ते चढ़े, गोलियां दे निशाने बने। उन्हां दी कमाई दा ध्यान धर के बोलो जी वाहिगुरू। वो महान हस्तियां हन, महान ताकतां हन, महान शक्तियां हन। एवें नहीं अरदासे याद करते। असी कहने बस शहीद हो गए, इत्थे गल खत्म हो गई। शहीद हो गए, अमर हो गए। सदा साडे अंग संगन साडा भरोसा होना चाहिए। कोई मुसीबत कोई दुख उस सिख दे नेड़े नहीं आ सकता जिहड़ा शहीदां ਸਿੰਘਾਂ ਨੂੰ याद रखदा है। सो खालसा जी औरंगे नूं भाई मती दास जी कहण लगे, इदां ही पलंगा मूधा होवेगा कल नूं भी, बुला नहीं जिन्नू बुलाना। औरंगा कहंदा किसे तरह बख्शो। कहंदे बख्शांगे भी दिल्ली दे विच ना सौमी। फिर एक बादशाह नूं इस तों वड्डी सज़ा कोई नहीं हुंदी, होवे बादशाह ते राजधानी च ना रह सके। औरंगा अगले दिन चाले मार गया सी दखण नूं, बहाना करके भी मैं जंग लड़ना। उधर ही रहिंदा रहा। अहमदनगर, औरंगाबाद, कई शहर वसाए। गोलकंडे दे किले विच जंग होया। 8 साल लड़ाई उत्थे लगी रही। मरहटियां नाल, तानाशाह नाल, होरां नाल लड़दा रहा। दिल्ली का सूबा दिल्ली च प्रबंध करदा सी। उन्हें आख्या बादशाह तो तुहानूं दखण च मिलेगा, उत्थे जाओ। धक्के खांदे होए पहाड़ी राजे दे दखण विच औरंगजेब कोल गए। ਉਹਦੇ ਕੋਲ जा के रोए पिटे। उन्होंने उत्थे जिहड़ी गल कही वो ये नहीं कही भी सानू तकलीफ है। कहण लगे बादशाह सानू ये दुख है भी गुरु गोबिंद सिंह सानू कोल बुला के कहंदा कि तुसीं मेरे नाल रल जाओ ते औरंगजेब नाल जंग करो। गुरु गोबिंद सिंह बागियां दी फौज बना रहा है, अपने पिता का बदला लेना चाहुंदा है, वो तुहाडा तख्ता पलटाना चाहुंदा है, तुहाडा राज खत्म करना चाहुंदा है। इदां दीयां झूठियां ऊजां बादशाह दे कोल लाइयां बड़ियां बना बना के, बहुत विरोधी गल्लां कीतियां। बादशाह कोलों आर्डर लिया 10 लाख फौज चढ़ के जावे, गुरु गोबिंद सिंह नूं जिउंदा जां मुर्दा पेश किया जावे। सो सन 1704 जनवरी महीने दे विच जिहड़ा पहला जंग होया सी, उस तो थोड़े दिन बाद ही मार्च अप्रैल विच श्री आनंदपुर साहब नूं घेरे पा ले गए। साध संगत जी, वो जंग लगभग 8-7 महीने 9 महीने तक चलदा रहा। ਉਹਦੇ ਵਿੱਚ ਬੜੀਆਂ ਮਹਾਨ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਨੇ। ਉਸ ਜੰਗ ਦੇ ਵਿੱਚ ਰਾਸ਼ਨ ਪਾਣੀ ਬਾਹਰੋਂ ਆਉਣਾ ਬਿਲਕੁਲ ਬੰਦ ਹੋ ਗਿਆ ਸੀ। ਜੋ ਕੁਝ ਖਾਲਸੇ ਨੇ ਅੰਦਰ ਜਮ੍ਹਾਂ ਕਰ ਲਿਆ ਸੀ ਉਹ ਸਾਰਾ ਫਤਿਹ ਹੋ ਗਿਆ, ਛਕਿਆ ਗਿਆ। ਲੰਗਰ ਮਸਤਾਨੇ ਹੋ ਗਏ। ਸਿੰਘਾਂ ਨੂੰ ਆਪਣੇ ਪੇਟ ਦੇ ਕਮਰ ਕਸੇ 'ਚ ਆਂਦਰਾਂ ਦੱਬ ਕੇ ਰੱਖਣੀਆਂ ਪਈਆਂ। ਦਰਖਤਾਂ ਦੇ ਪੱਤੇ ਵੀ ਖਾਧੇ ਗਏ। ਬਾਹਲਾ ਕਠਿਨ ਸਮਾਂ ਖਾਲਸੇ ਤੇ ਬਣਿਆ। ਉਸ ਮੁਸੀਬਤ ਦੇ ਸਮੇਂ ਵਿੱਚ ਇੱਕ ਅਕਾਲ ਪੁਰਖ ਦੀ ਟੇਕ ਤੇ ਗੁਰੂ ਕਲਗੀਧਰ ਪਾਤਸ਼ਾਹ ਡਟੇ ਰਹੇ। ਔਰ ਇੱਕ ਨਹਿਰ ਕੱਢੀ ਹੋਈ ਸੀ ਪਾਣੀ ਦੀ, ਦਰਿਆ ਸਤਲੁਜ ਵਿੱਚੋਂ ਨਹਿਰ ਆਉਂਦੀ ਸੀ, ਮਹਾਰਾਜ ਨੇ ਆਪ ਤਿਆਰ ਕਰਾਈ ਸੀ। ਆਨੰਦਪੁਰ ਸਾਹਿਬ ਪਾਣੀ ਆਉਂਦਾ ਸੀ, ਘੋੜਿਆਂ ਦੇ ਪੀਣ ਲਈ, ਸਿੰਘਾਂ ਦੇ ਇਸ਼ਨਾਨ ਲਈ ਖੁੱਲ੍ਹਾ ਜਲ। ਪਹਾੜੀਆਂ ਨੇ ਤੇ ਤੁਰਕਾਂ ਨੇ ਉਹ ਨਹਿਰ ਦਾ ਵੀ ਨੱਕਾ ਰੋਕ ਦਿੱਤਾ, ਪਾਣੀ ਵੀ ਬੰਦ ਕਰ ਦਿੱਤਾ। ਜਿਹੜਾ ਬੌਲੀਆਂ ਤੇ ਖੂਹਾਂ ਦਾ ਪਾਣੀ ਸੀ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਪਿਆ। ਐਸੀ ਮੁਸੀਬਤ ਦੇ ਸਮੇਂ ਵਿੱਚ ਜੋ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਇਆ ਉਹਨੂੰ ਸਮਝ ਲਓਗੇ ਤਾਂ ਜ਼ਫਰਨਾਮੇ ਦੀ ਸਮਝ ਆਏਗੀ। ਜੇ ਆਪਾਂ ਅਨੰਦਪੁਰ ਸਾਹਿਬ ਦੇ ਜੰਗ ਨੂੰ, ਗੁਰੂ ਕਲਗੀਧਰ ਪਾਤਸ਼ਾਹ ਨਾਲ ਬੀਤੀਆਂ ਹੋਈਆਂ ਕਹਾਣੀਆਂ ਨੂੰ ਨਹੀਂ ਸਮਝਦੇ, ਜ਼ਫਰਨਾਮੇ ਦਾ ਸਿਧਾਂਤ ਤਾਤਪਰਿਆ ਵੀ ਨਹੀਂ ਸਮਝ ਆਏਗਾ। ਸੋ ਜਿੰਨੇ ਕੁ ਆਪ ਜੀ ਅੱਜ ਹਾਜ਼ਰੀਆਂ ਭਰ ਰਹੇ ਹੋ,
ਇਸੇ ਤਰ੍ਹਾਂ ਰੋਜ਼ਾਨਾ ਹਾਜ਼ਰੀ ਭਰੋ। ਇਹ ਜਿੰਨੇ ਕੁ ਦਿਨ ਮਹਾਰਾਜ ਕਿਰਪਾ ਕਰਨ ਦਸਵੇਂ ਪਾਤਸ਼ਾਹ, ਉਹਨਾਂ ਦੀ ਬਾਣੀ ਉਹ ਆਪ ਹੀ ਵਿਚਾਰਨ ਯੋਗ, ਅਸੀਂ ਸਮਰੱਥ ਨਹੀਂ ਹਾਂ। ਕਿਉਂਕਿ ਜਿਵੇਂ ਮਿਸ਼ਰੀ ਦਾ ਪਹਾੜ ਬਹੁਤ ਵੱਡਾ ਹੁੰਦਾ ਹੈ ਤੇ ਕੀੜੀ ਛੋਟੀ ਜੀ ਹੁੰਦੀ ਹੈ। ਜੇ ਉਹ ਕੀੜੀ ਕਹੇ ਵੀ ਮੈਂ ਮਿਸ਼ਰੀ ਦੇ ਪਹਾੜ ਦਾ ਅੰਤ ਪਾ ਲਵਾਂ, ਮਿਸ਼ਰੀ ਦੇ ਪਹਾੜ ਦਾ ਕੀੜੀ ਤੋਂ ਅੰਤ ਕਦੀ ਨਹੀਂ ਪੈਣਾ। ਹਾਂ, ਇੱਕ ਕੰਮ ਹੋ ਸਕਦਾ ਹੈ, ਕੀੜੀ ਆਪਣਾ ਪੇਟ ਭਰਨ ਜੋਗੇ ਮਿੱਠਾ ਖਾ ਲਵੇ। ਅਸੀਂ ਗੁਰਬਾਣੀ ਦਾ ਅੰਤ ਨਹੀਂ ਪਾ ਸਕਦੇ, ਆਪਣੇ ਕਲਿਆਣ ਲਈ ਵਿਚਾਰ ਕਰ ਸਕਦੇ ਹਾਂ। ਸੋ ਪਿਆਰਿਓ, ਜਿਤਨਾ ਸਮਾਂ ਅਲਾਉਂਸ ਕੀਤਾ ਸੀ ਉਹ ਸੰਪੂਰਨ ਭੂਮਿਕਾ ਵਿੱਚ ਹੀ ਹੋ ਗਿਆ। ਮੇਰਾ ਖਿਆਲ ਕੱਲ੍ਹ ਵੀ ਭੂਮਿਕਾ ਹੀ ਚੱਲਣੀ ਹੈ, ਪਾਠ ਦੇ ਅਰਥ ਪਰਸੋਂ ਚੱਲਣਗੇ। ਕਿਉਂਕਿ ਜਿੰਨਾ ਟਾਈਮ 40 ਕੁ ਮਿੰਟ ਅੱਜ ਲੱਗ ਗਏ, 40 ਕੁ ਮਿੰਟ ਕੱਲ੍ਹ ਵੀ ਲੱਗਣੇ ਆ। ਕਈ ਪੱਖ ਨੇ ਜਿਹੜੇ ਉਸ ਤੋਂ ਪਹਿਲੇ ਵਿਚਾਰਨੇ ਜ਼ਰੂਰੀ ਨੇ। ਤੋ ਤੁਸੀਂ ਸਾਰਿਆਂ ਨੇ ਰੂਟੀਨ 'ਚ ਹਾਜ਼ਰੀ ਭਰਨੀ ਹੈ, ਤਾਂ ਇਹ ਗੱਲ ਸਮਝ ਆਉਣੀ ਹੈ। ਜਿਹੜੇ ਕੋਈ ਅੱਜ ਕੱਲ੍ਹ ਦਿੱਕਤ ਸਾਡੇ ਸਮਾਜ ਦੀ ਕੀ ਹੈ, ਇੱਕ ਦੋ ਪੰਕਤੀਆਂ ਲੈ ਕੇ ਤੇ ਕਿੰਤੂ ਕਰਨ ਲੱਗ ਜਾਂਦੇ ਆ। ਇੱਕ ਦੋ ਗੱਲਾਂ ਇੱਧਰੋਂ ਲੈ ਲਈਆਂ, ਇੱਕ ਦੋ ਇੱਧਰੋਂ ਲੈ ਲਈਆਂ, ਇੱਦਾਂ ਨਹੀਂ ਸਮਝ ਆਉਂਦੀ। ਗੱਲ ਸਾਰੀ ਸ਼ੁਰੂ ਤੋਂ ਅੰਤ ਤੱਕ ਸੁਣੋਗੇ ਤਾਂ ਸਮਝ ਆਏਗੀ। ਕਿਸੇ ਵੀ ਪੱਖ ਨੂੰ ਅਧੂਰਾ ਜਾਣੋਗੇ, ਉਹ ਅਧੂਰੀ ਰਹਿ ਜਾਏਗੀ। ਸੋ ਅਧੂਰੀ ਨੌਲੇਜ ਨਹੀਂ ਲੈਣੀ ਚਾਹੀਦੀ। ਸਤਿਗੁਰਾਂ ਕੋਲ ਆ ਕੇ ਵੱਧ ਤੋਂ ਵੱਧ ਸਮਾਂ, ਜੇ ਕੋਈ ਬੱਚਾ ਸਾਲ ਦੇ ਵਿੱਚ ਜਿੰਨੀਆਂ ਕਾਲਜ ਦੀਆਂ ਜਾਂ ਸਕੂਲ ਦੀਆਂ ਯੂਨੀਵਰਸਿਟੀ ਦੀਆਂ ਕਲਾਸਾਂ ਸਾਰੀਆਂ ਅਟੈਂਡ ਨਾ ਕਰੇ ਤੇ ਇਮਤਿਹਾਨਾਂ ਵਿੱਚ ਪਤਾ ਲੱਗ ਜਾਂਦਾ ਵੀ ਇਹਨੇ ਕੀ ਕੀਤਾ। ਸੋ ਕਲਾਸ ਸਾਰੀ ਅਟੈਂਡ ਕਰਨ ਨਾਲ ਹੀ ਗੱਲ ਬਣਦੀ। ਜੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਸਮਾਪਤੀ ਕਰਦੇ ਹਾਂ। ਗਿਆਨੀ ਜੀ ਨੇ ਪਾਠ ਕੀਤਾ, ਇੱਕ ਓੰਕਾਰ ਪਰਮੇਸ਼ਰ ਇੱਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਉਹਦੀ ਵੀ ਕਥਾ ਆਪਾਂ ਵਿਸਥਾਰ ਨਾਲ ਅੱਗੇ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਆਓ ਸਮਾਪਤੀ ਦਾ ਮੰਗਲ ਕਰੀਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ